Like the video, subscribe to the channel and press the bell icon for latest video updates. ਤੋ ਸਾਡੇ ਬਜ਼ੁਰਗ ਜਿਹੜੇ ਸੀਗੇ ਇਹ ਮਿੰਟਗੁਮਰੀ ਤਹਿਸੀਲ ਦੀ ਜੋ ਮਿੰਟਗੁਮਰੀ ਜ਼ਿਲ੍ਹੇ ਦੀ ਜੋ ਚੀਚਾ ਬਤਨੀ ਤਹਿਸੀਲ ਸੀ। ਅੱਛਾ ਜੀ। ਉਸ ਦੇ ਚੱਕ ਨੰਬਰ 11 ਵਿੱਚ ਗਏ ਸੀਗੇ। ਅੱਛਾ ਜੀ। ਮੇਰੇ ਦਾਦਾ ਜੀ ਤੇ ਮੇਰਾ ਜੋ ਦਾਦਕਾ ਪਰਿਵਾਰ ਸੀ ਉਹ ਗਏ ਸੀ ਚੱਕ ਨੰਬਰ 11/12L ਤੇ ਨਾਨਕਾ ਪਰਿਵਾਰ ਗਿਆ ਸੀਗਾ ਚੱਕ ਨੰਬਰ ਪਹਿਲਾਂ 95 ਸੀ, ਫਿਰ ਬਾਅਦ 93 ਸ਼ਿਫਟ ਕਰ ਗਏ ਸੀਗੇ। ਅੱਛਾ ਜੀ। तो मेरे दोनों परिवार, नानका परिवार भी दादका परिवार भी, ये दूसरा दहाका जो है 20वीं सदी का मतलब कि 1911-12 तो लैके ये जमीनों की अलॉटमेंट शुरू हो गई 10-11 च। हाँ जी। तो ये तकरीबन मेरे दोनों परिवार, नानका परिवार भी दादका परिवार भी, कोई 12-13 उधर गए आ। एंड उत्थे जाके जो भी मुश्किल आईयां वो एक वखरा चैप्टर है। किस तरीके दे नाल ਜ਼ਮੀਨਾਂ ਆਬਾਦ ਕੀਤੀਆਂ, ਝੁੱਗੀਆਂ ਬਣਾ ਕੇ ਰਹਿਣਾ ਸ਼ੁਰੂ ਕੀਤਾ, ਉਹਨਾਂ ਨੂੰ ਬਾੜੇ ਦਾ ਰੂਪ ਦਿੱਤਾ, ਪੈਰੀਫਰੀ ਦੇ ਉੱਪਰ ਲੱਕੜਾਂ ਦੀ ਹੀ ਫੈਂਸਿੰਗ ਕੀਤੀ। ਹਾਂਜੀ ਹਾਂਜੀ। ਤੋ ਜਾਨਵਰਾਂ ਦਾ ਵੀ ਡਰ, ਸੱਪਾਂ ਦੀਆਂ ਵੀ ਸਿਰੀਆਂ ਮਿੱਧਣੀਆਂ ਐਂਡ ਪਲੱਸ ਉੱਥੋਂ ਦੇ ਜਿਹੜੇ ਲੋਕਲ ਬਸ਼ਿੰਦੇ ਸੀਗੇ ਮੁਸਲਮਾਨ ਜਾਂਗਲੀ ਤੇ ਉਹਨਾਂ ਨਾਲ ਵੀ ਲੜਾਈ ਪੜਾਈ। ਉਹ ਕਹਿਣ ਵੀ ਇਹ ਬਾਹਰੋਂ ਆਏ ਨੇ, ਇਹਨਾਂ ਨੂੰ ਇੱਥੇ ਅਸੀਂ ਵਸਣ ਨਹੀਂ ਦੇਣਾ। ਸੋ ਇੱਕ ਬਹੁਤ ਹੀ ਸਟਰਗਲ ਭਰਿਆ ਉਹ ਪੀਰੀਅਡ ਸੀ ਜਦੋਂ ਕਿ ਉਹਦੇ ਫਸਟ ਵਰਲਡ ਵਾਰ ਚੱਲ ਰਹੀ ਸੀਗੀ। ਦਰਸ਼ਕੋ, ਡਾਕਟਰ ਜਸਵੀਰ ਸਿੰਘ ਦਸਾਂਝ MD ਸਕਿਨ ਸਪੈਸ਼ਲਿਸਟ, ਜੋ ਕਿ ਗੁਰੂ ਨਾਨਕ ਮਿਸ਼ਨ ਹਸਪੀਟਲ ਜਲੰਧਰ ਵਿਖੇ ਇਹਨਾਂ ਦਾ ਆਪਣਾ ਕਲੀਨਿਕ ਹੈਗੇ, ਬਹੁਤ ਵੈਲ ਰੈਡ ਇਨਸਾਨ ਹੈਗੇ ਆ। ਅਸੀਂ ਅੱਜ ਕੱਲ੍ਹ ਸੀਰੀਜ਼ ਸ਼ੁਰੂ ਕੀਤੀ ਹੈਗੀ ਪਾਕਿਸਤਾਨ ਤੋਂ ਇਹਨਾਂ ਦੇ ਫੋਰ ਫਾਦਰ ਦੀ, ਕਿਵੇਂ ਗਏ ਹੈਗੇ ਤੇ ਕਿਵੇਂ ਆਏ ਹੈਗੇ, ਕਿਹੜਾ ਕਿਹੜਾ ਦੁੱਖ ਸੰਤਾਪ ਭੋਗਿਆ ਹੈਗਾ। ਡਾਕਟਰ ਜਸਵੀਰ ਸਿੰਘ ਦਸਾਂਝ ਜੀ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। प्यारे दर्शकों, आप सबके बीच स्वयं प्रकाशमान ज्योत को मेरा प्रणाम। ਥੈਂਕ ਯੂ ਡਾਕਟਰ ਸਾਹਿਬ। ਤੁਹਾਡੇ ਫੋਰ ਫਾਦਰਸ ਖਾਸ ਤੌਰ 'ਤੇ ਤੁਸੀਂ ਮੈਨੂੰ ਦੱਸ ਰਹੇ ਸੀ, ਤੁਹਾਡੇ ਦਾਦਾ ਦਾਦੀ ਜੀ ਮੇਰੇ ਖਿਆਲ 1910 ਦੇ ਕਰੀਬ ਪਾਕਿਸਤਾਨ ਗਏ ਸੀ ਔਰ ਬੈਟਰ ਰੈਵਨਿਊ ਜੰਗਲ ਨੂੰ ਆਬਾਦ ਕਰਨਾ ਸੀ। ਤੁਸੀਂ ਦੱਸਿਆ ਤੁਹਾਡੇ ਫਾਦਰ ਸਾਹਿਬ ਉਸ ਵੇਲੇ 2 ਸਾਲ ਦੇ ਸੀ। ਇਸ ਜਰਨੀ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਪਰ ਸਭ ਜਿਹੜੀ ਇਹ 20ਵੀਂ ਸਦੀ ਹੈ, ਹਾਂਜੀ, ਇਹ ਮਨੁੱਖੀ ਇਤਿਹਾਸ ਦੇ ਵਿੱਚ ਇੱਕ ਬਹੁਤ ਨਿਵੇਕਲੀ ਸਦੀ ਹੈ। ਜੀ ਜੀ। 1910-11 ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਕ੍ਰਾਂਤੀ ਆਈ ਸੀ। ਹਾਂਜੀ। ਜਦੋਂ ਅੰਗਰੇਜ਼ ਹਕੂਮਤ ਨੇ ਇਹਨਾਂ 5 ਦਰਿਆਵਾਂ ਤੋਂ ਵੱਖੋ ਵੱਖਰੀਆਂ ਨਹਿਰਾਂ ਨੂੰ ਬਣਾਇਆ। ਹਾਂਜੀ। ਆਪਾਂ ਇੱਧਰਲੀਆਂ ਨਹਿਰਾਂ ਦਾ ਜ਼ਿਕਰ ਤਾਂ ਨਹੀਂ ਕਰਦੇ, ਲੇਕਿਨ ਜੋ ਰਾਵੀ ਦਰਿਆ ਤੋਂ ਨਹਿਰਾਂ ਨਿਕਲੀਆਂ, ਹਾਂਜੀ, ਜਿਨ੍ਹਾਂ ਨੇ ਪਾਕਿਸਤਾਨ ਦੇ ਬਾਹਰੀ ਏਰੀਏ ਦੇ ਵਿੱਚ ਉਹ ਇੱਕ ਉਹਨਾਂ ਦਾ ਇੱਕ ਨੈਟਵਰਕ ਨਹਿਰਾਂ ਦਾ ਵਿਛਾਇਆ ਅੰਗਰੇਜ਼ਾਂ ਨੇ। ਐਂਡ ਉਹਨਾਂ ਦਾ ਮੁੱਖ ਮਕਸਦ ਇਹ ਸੀਗਾ ਕਿ ਇਹ ਜੋ ਜ਼ਮੀਨ ਹੈ ਜਿਹੜੀ ਕਿ ਬੰਜਰ ਪਈ ਸੀਗੀ, ਜੰਗਲ ਸਾਰਾ ਏਰੀਆ ਸੀਗਾ, ਉਹਨੂੰ ਆਬਾਦ ਕਰਨ ਦਾ ਉਹਨਾਂ ਦਾ ਮੁੱਖ ਮਕਸਦ ਸੀਗਾ। ਹਾਂਜੀ। ਉਹਦੇ ਵਾਸਤੇ ਉਹਨਾਂ ਨੇ 25 ਏਕੜ ਤੱਕ ਤਾਂ ਫਰੀ ਜ਼ਮੀਨ ਮਲੌਟ ਕਰਨ ਦੀ, ਮੁਰੱਬਾ ਕਹਿੰਦੇ ਸੀਗੇ। ਅੱਛਾ। ਉਹਦਾ ਇੱਕ ਹੋਕਾ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਜੇ 1 ਘੋੜੀ ਪਾਲਦੇ ਹੋ ਤਾਂ 1 ਮੁਰੱਬਾ, 2 ਘੋੜੀ ਪਾਲਦੇ ਹੋ 2 ਮੁਰੱਬੇ, ਇੱਕ ਇਨਸੈਂਟਿਵ ਦੇ ਦਿੱਤਾ ਸੀਗਾ ਕਿ ਉਹਨੂੰ ਘੋੜੀ ਪਾਲ ਮੁਰੱਬੇ ਵੀ ਕਹਿੰਦੇ ਸੀਗੇ। ਅੱਛਾ ਜੀ। ਤੀਸਰੇ ਬਹੁਤ ਲੋ ਰੇਟ ਦੇ ਟੈਂਡਰ ਸੀਗੇ, ਟੈਂਡਰ ਭਰੋ, ਬੋਲੀ ਦਿਓ ਐਂਡ ਜ਼ਮੀਨ ਬਣਾਓ। ਅੱਛਾ ਜੀ। ਸੋ ਇਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਖਾਸ ਤੌਰ ਦੇ ਉੱਪਰ ਆਪਣੇ ਦੁਆਬੇ ਤੇ ਮਾਝੇ ਦੇ ਕਿਸਾਨਾਂ ਨੇ ਉੱਧਰ ਨੂੰ ਬਾਹਰ ਦੇ ਇਲਾਕੇ ਵਿੱਚ ਵੀਰਾਂ ਕੱਤ ਮਾਰੀਆਂ ਔਰ ਇਹਨਾਂ ਜ਼ਮੀਨਾਂ ਨਾਲ ਅੰਗਰੇਜ਼ ਹਕੂਮਤ ਨੇ ਚੱਕਬੰਦੀ ਕੀਤੀ। ਪਿੰਡ ਵਸਾਏ ਜਿਹੜੇ, ਉਹਨਾਂ ਨੂੰ ਉੱਧਰ ਚੱਕ ਕਹਿੰਦੇ ਸੀਗੇ। ਹਾਂਜੀ। ਚੱਕਾਂ ਦੀ ਉਹਨਾਂ ਨੇ ਨੰਬਰ ਦਿੱਤੇ। ਹਾਂਜੀ। ਤੋ ਸਾਡੇ ਬਜ਼ੁਰਗ ਜਿਹੜੇ ਸੀਗੇ ਇਹ ਮਿੰਟਗੁਮਰੀ ਤਹਿਸੀਲ ਦੀ ਜੋ ਮਿੰਟਗੁਮਰੀ ਜ਼ਿਲ੍ਹੇ ਦੀ ਜੋ ਚੀਚਾ ਬਤਨੀ ਤਹਿਸੀਲ ਸੀ। ਅੱਛਾ ਜੀ। ਉਸ ਦੇ ਚੱਕ ਨੰਬਰ 11 ਵਿੱਚ ਗਏ ਸੀਗੇ। ਅੱਛਾ ਜੀ। ਮੇਰੇ ਦਾਦਾ ਜੀ ਤੇ ਮੇਰਾ ਜੋ ਦਾਦਕਾ ਪਰਿਵਾਰ ਸੀ ਉਹ ਗਏ ਸੀ ਚੱਕ ਨੰਬਰ 11/12L ਤੇ ਨਾਨਕਾ ਪਰਿਵਾਰ ਗਿਆ ਸੀਗਾ ਚੱਕ ਨੰਬਰ ਪਹਿਲਾਂ 95 ਸੀ, ਫਿਰ ਬਾਅਦ 93 ਸ਼ਿਫਟ ਕਰ ਗਏ ਸੀਗੇ। ਅੱਛਾ ਜੀ।
तो मेरे दोने परिवार, नानका परिवार भी दादका परिवार भी, ये दूसरा दहाका जो है 20वीं सदी का, मतलब कि 1911-12 तो लैके ਇਹ ਜ਼ਮੀਨਾਂ ਦੀ ਅਲਾਟਮੈਂਟ ਸ਼ੁਰੂ ਹੋ ਗਈ 10-11 'ਚ। ਹਾਂਜੀ। ਤੇ ਇਹ ਤਕਰੀਬਨ ਮੇਰੇ ਦੋਨੇ ਪਰਿਵਾਰ, ਨਾਨਕਾ ਪਰਿਵਾਰ ਵੀ ਦਾਦਕਾ ਪਰਿਵਾਰ ਵੀ, ਕੋਈ 12-13 ਦੇ ਵਿੱਚ ਇਹ ਉੱਧਰ ਗਏ ਆ। ਐਂਡ ਉੱਥੇ ਜਾ ਕੇ ਜੋ ਵੀ ਮੁਸ਼ਕਲਾਂ ਆਈਆਂ ਉਹ ਇੱਕ ਵੱਖਰਾ ਚੈਪਟਰ ਹੈ। ਕਿਸ ਤਰੀਕੇ ਦੇ ਨਾਲ ਜ਼ਮੀਨਾਂ ਆਬਾਦ ਕੀਤੀਆਂ, ਝੁੱਗੀਆਂ ਬਣਾ ਕੇ ਰਹਿਣਾ ਸ਼ੁਰੂ ਕੀਤਾ, ਉਹਨਾਂ ਨੂੰ ਬਾੜੇ ਦਾ ਰੂਪ ਦਿੱਤਾ, ਪੈਰੀਫਰੀ ਦੇ ਉੱਪਰ ਲੱਕੜਾਂ ਦੀ ਹੀ ਫੈਂਸਿੰਗ ਕੀਤੀ। ਹਾਂਜੀ ਹਾਂਜੀ। ਤੋ ਜਾਨਵਰਾਂ ਦਾ ਵੀ ਡਰ, ਸੱਪਾਂ ਦੀਆਂ ਵੀ ਸਿਰੀਆਂ ਮਿੱਧਣੀਆਂ, ਐਂਡ ਪਲੱਸ ਉੱਥੋਂ ਦੇ ਜਿਹੜੇ ਲੋਕਲ ਬਸ਼ਿੰਦੇ ਸੀਗੇ ਮੁਸਲਮਾਨ ਜਾਂਗਲੀ, ਤੇ ਉਹਨਾਂ ਨਾਲ ਵੀ ਲੜਾਈ ਪੜਾਈ। ਉਹ ਕਹਿਣ ਵੀ ਇਹ ਬਾਹਰੋਂ ਆਏ ਨੇ, ਇਹਨਾਂ ਨੂੰ ਇੱਥੇ ਅਸੀਂ ਵਸਣ ਨਹੀਂ ਦੇਣਾ। ਸੋ ਇੱਕ ਬਹੁਤ ਹੀ ਸਟਰਗਲ ਭਰਿਆ ਉਹ ਪੀਰੀਅਡ ਸੀ ਜਦੋਂ ਕਿ ਉਹਦੇ ਫਸਟ ਵਰਲਡ ਵਾਰ ਚੱਲ ਰਹੀ ਸੀਗੀ। ਇਹਦੇ ਨਾਲ ਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਦੇਖੋ ਇਹ ਬਹੁਤ ਵੱਡਾ ਮਤਲਬ ਚੈਲੰਜ ਸੀ। ਦੇਖੋ ਉਸ ਜ਼ਮਾਨੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿਣਾ, ਝੁੱਗੀ ਬਣਾ ਕੇ ਰਹਿਣਾ, ਹਾਂਜੀ, ਤੇ ਇੰਨੀ ਸਖਤ ਮਿਹਨਤ ਕਰਨੀ, ਇਹ ਇਸ ਗੱਲੋਂ ਬੜੀ ਮਾਣ ਵਾਲੀ ਗੱਲ। ਸਾਡੀ ਜਿਹੜੀ ਕੌਮ ਆ, ਹਾਂਜੀ, ਸ਼ੁਰੂ ਤੋਂ ਬੜੀ ਹਿੰਮਤ ਵਾਲੀ ਰਹੀ ਹੈਗੀ। ਹਾਂ, ਐਡਵੈਂਚਰਸ ਤਾਂ ਅਸੀਂ ਹਾਂ ਹੀ ਹਾਂ, ਸਾਡਾ ਜੈਨੇਟਿਕਲੀ ਅਸੀਂ ਜ਼ਮੀਨ ਦੇ ਪੁੱਤਰ ਮੰਨੇ ਹੋਏ ਨੇ ਪੰਜਾਬੀ। ਹਾਂਜੀ ਹਾਂਜੀ। ਤਾਂ ਉਹਦੇ ਵਿੱਚ ਇੱਕ ਬਹੁਤ ਜ਼ਬਰਦਸਤ ਮਿਹਨਤ ਹੈ, ਹਾਂਜੀ, ਡੈਡੀਕੇਸ਼ਨ ਹੈ, ਸਿੰਸੈਰਿਟੀ ਹੈ। ਹਾਂਜੀ। ਇਕੱਲੀ ਤੁਸੀਂ ਨੋਟ ਕਰਕੇ ਦੇਖੋ, ਇਕੱਲੀ ਅਸੀਂ ਪਾਕਿਸਤਾਨ ਦੇ ਵਿੱਚ ਹੀ ਜ਼ਮੀਨਾਂ ਨਹੀਂ ਆਬਾਦ ਕੀਤੀਆਂ। ਹਾਂਜੀ। ਇਹ ਪੰਜਾਬ ਦੇ ਕਿਸਾਨ ਨੇ ਰਾਜਸਥਾਨ 'ਚ ਵੀ ਜ਼ਮੀਨਾਂ ਆਬਾਦ ਕੀਤੀਆਂ, ਯੂਪੀ 'ਚ ਵੀ ਜ਼ਮੀਨਾਂ ਆਬਾਦ ਕੀਤੀਆਂ, ਐਂਡ ਬਿਹਾਰ ਵਿੱਚ ਵੀ, ਤੇ ਸਾਊਥ ਵਿੱਚ ਵੀ ਜ਼ਮੀਨ ਜਿੱਥੇ ਜਿੱਥੇ ਜਾਂਦਾ ਇਹਨੇ ਆਪਣੀ ਜ਼ਮੀਨ ਆਬਾਦ ਕੀਤੀ, ਮਿਹਨਤ ਕੀਤੀ ਹੈਗੀ। ਕੈਨੇਡਾ ਵਿੱਚ ਵੀ ਜਾ ਕੇ, ਕੈਨੇਡਾ ਵੀ ਜਾ ਕੇ ਜ਼ਮੀਨਾਂ ਨੇ ਆਬਾਦ ਕੀਤੀਆਂ। ਹਾਂਜੀ ਹਾਂਜੀ। ਆ ਜਿਹੜੇ ਹੁਣ ਨਵੇਂ ਜੰਮੇ ਨੇ ਨਾ ਲੀਡਰ, ਕਿਸਾਨਾਂ ਦੇ ਲੀਡਰ, ਇਹਨਾਂ ਨੇ ਤੇ ਕਦੇ ਹਲ ਵੀ ਨਹੀਂ ਪਾਇਆ। ਲੀਡਰ ਉਹੀ ਬਣਦਾ ਜਿਹੜਾ ਵਿਅਕਤੀ ਕੋਈ ਮਿਹਨਤ ਨਹੀਂ ਕਰਦਾ। ਹਾਂਜੀ। ਜਿਸ ਵਿਅਕਤੀ ਨੇ ਮਿਹਨਤ ਨਹੀਂ ਕਰਨੀ, ਨਾ ਪੜ੍ਹਾਈ ਪੂਰੀ ਕਰਨੀ ਆ, ਨਾ ਕੋਈ ਪੂਰੀ ਤਰ੍ਹਾਂ ਸਰਵਿਸ ਕਰਨੀ, ਕੋਈ ਮਿਹਨਤ ਨਹੀਂ ਕਰਨੀ, ਉਹ ਲੀਡਰ ਬਣ ਜਾਂਦਾ। ਸੋ ਆਪਾਂ ਉਸ ਪਾਸੇ ਨੂੰ ਨਹੀਂ ਜਾਂਦੇ। ਹਾਂਜੀ ਹਾਂਜੀ। ਤੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਜੋ ਚੱਕ ਅਲਾਟ ਹੋਏ, ਹਾਂਜੀ, ਉਹਨਾਂ ਚੱਕਾਂ 'ਚ ਵੀ 4-4 5-5 ਕਨਾਲ, ਕਈਆਂ ਦੇ 1 ਤੱਕ ਜ਼ਮੀਨਾਂ ਵੀ ਅਲਾਟ ਸੀਗੀਆਂ। ਹਾਂਜੀ। ਤੋ ਫਿਰ ਜਦੋਂ ਝੁੱਗੀਆਂ ਤੋਂ ਉੱਠ ਕੇ ਫਿਰ ਉਹ ਚੱਕ ਆਬਾਦ ਕੀਤੇ। ਹਾਂਜੀ। ਉਹਨਾਂ ਚੱਕਾਂ 'ਚ ਫਿਰ ਜਿਹੜੇ ਨੇ ਮਿਹਨਤ ਜ਼ਿਆਦਾ ਕੀਤੀ, ਜਿਵੇਂ ਹੁਣ ਮੇਰੇ ਪਰਿਵਾਰ ਨੇ ਆਪਣੇ ਜੋ ਵੀ ਚੱਕ ਸੀਗਾ, ਉੱਥੇ ਇਹਨਾਂ ਦਾ ਪੱਕਾ ਮਕਾਨ ਸੀ। ਕਿੱਥੇ ਮੈਨੂੰ ਦੱਸਦੇ ਹੁੰਦੇ ਆ ਕਿ ਬਜ਼ੁਰਗ ਸਾਡੇ ਕਿ ਮਾਂ ਮੇਰੀ ਜਾਂ ਮਾਸੀ ਮੇਰੀ ਦਾ ਉਸ ਜ਼ਮਾਨੇ ਪੱਕਾ ਮਕਾਨ ਹੋਣਾ ਬਹੁਤ ਵੱਡੀ ਗੱਲ ਹੈ। ਵੱਡੀ ਗੱਲ ਇੱਟਾਂ ਵਾਲਾ ਸੀ। ਮਕਾਨ। ਹਾਂ, ਇੱਟਾਂ ਵਾਲਾ ਮਕਾਨ। ਮੀਆਂ ਚੰਨੂ ਤੋਂ ਗੱਡੇ ਦੇ ਉੱਪਰ ਇਹ ਇੱਟਾਂ ਲਿਆ ਕੇ ਇਹਨਾਂ ਨੇ ਉਹ ਮਕਾਨ ਬਣਾਇਆ, ਹਵੇਲੀ ਬਣਾਈ। ਤੇ ਉਹ ਇੱਕ ਬਹੁਤ ਮਿਹਨਤ ਵਾਲਾ ਪੀਰੀਅਡ ਸੀ। ਐਂਡ ਫਸਟ ਵਰਲਡ ਵਾਰ ਖਤਮ ਹੋਣ ਦੇ ਨਾਲ ਹੀ ਇਹ ਜ਼ਮੀਨਾਂ ਫਿਰ ਆਪਣਾ ਕੁਛ ਸੋਨਾ ਉਗਣ ਲੱਗ ਪਈਆਂ, ਕੁਛ ਪ੍ਰੋਸਪੈਰਿਟੀ ਆਉਣੀ ਸ਼ੁਰੂ ਹੋਈ। ਤੋ ਇਸ ਪ੍ਰੋਸਪੈਰਿਟੀ ਦੇ 20 ਸਾਲ ਮੇਰੇ ਇਸ ਦਾਦਕਾ ਪਰਿਵਾਰ ਨੇ ਤੇ ਮੇਰੇ ਨਾਨਕਾ ਪਰਿਵਾਰ ਨੇ ਉੱਧਰ ਬਿਤਾਏ। ਮੈਨੂੰ ਇਹ ਵੀ, ਮੇਰੀ ਮਾਸੀ ਹੁਣ ਛੋਟੀ ਹੈਗੀ ਆ, ਉਹ ਘੱਟੋ ਘੱਟ 85 ਸਾਲ ਦੇ ਹੋਣੇ ਆ। ਅੱਛਾ ਅੱਛਾ। ਜਦੋਂ ਪਾਕਿਸਤਾਨ ਬਣਿਆ ਤਾਂ ਉਦੋਂ 12-13 ਸਾਲ ਦੀ ਸੀਗੀ। ਉਹ ਬਹੁਤੀ ਵਾਰ ਮੇਰੇ ਪਾਸ ਹੀ ਰਹਿੰਦੀ ਆ। ਅੱਛਾ ਅੱਛਾ। ਤੇ ਮੈਂ ਜਦੋਂ ਵੀ ਦੁਪਹਿਰੇ ਸ਼ਾਮੀ ਮੈਂ ਰੋਟੀ ਖਾਣਾ ਉਹਨਾਂ ਡਾਈਨਿੰਗ ਟੇਬਲ ਤੇ ਉਹਨੂੰ ਬੁਲਾ ਲੈਣਾ। ਤੇ ਮੈਂ ਉਹਨੂੰ ਭੈਣ ਕਹਿੰਦਾ, ਕਿਉਂਕਿ ਇਹ ਤਾਂ ਬਹੁਤਾ ਫਰਕ ਨਹੀਂ। ਹਾਂ, ਇਹ ਤਾਂ ਬਹੁਤਾ ਫਰਕ ਨਹੀਂ ਸੀਗਾ। ਤੇ ਉਹਨੂੰ ਕਹਿਣਾ, ਭੈਣ ਕਿ ਮੈਨੂੰ ਦੱਸ ਕਿ ਪਾਕਿਸਤਾਨ ਕਿੱਦਾਂ ਸੀ, ਗੱਲਾਂ ਬਾਤਾਂ ਪੁੱਛਦਾ ਰਹਿਣਾ। ਤੇ ਮੈਨੂੰ ਰੀਸੈਂਟਲੀ ਉਹਨੇ ਦੱਸਿਆ ਕਿ ਤੇਰੇ ਨਾਨਾ ਜੀ ਨੇ ਤੇ ਤੇਰੇ ਦਾਦਾ ਜੀ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਅਸੀਂ ਇਹ ਪਾਕਿਸਤਾਨ ਵਾਲੀ ਜ਼ਮੀਨ ਛੱਡ ਕੇ ਵਾਪਸ ਪਿੰਡਾਂ ਨੂੰ ਜਾਵਾਂਗੇ। ਇਹ ਕਦੇ ਖਿਆਲ ਹੀ ਨਹੀਂ ਸੀ ਆਇਆ। ਤੋ ਇਹੀ ਵਜ੍ਹਾ ਸੀਗੀ ਕਿ ਨਾਨਾ ਜੀ ਹੁਣਾਂ ਨੇ 1944-45 ਦੇ ਵਿੱਚ ਇੱਕ ਭੱਠਾ ਲਾਉਣਾ ਸ਼ੁਰੂ ਕੀਤਾ ਸੀ ਚੱਕ ਨੰਬਰ 93 'ਚ। 44-45 ਵਿੱਚ ਪੱਠਾ ਲਾ ਲਿਆ। ਫਿਰ ਤਾਂ ਬਹੁਤ ਪੈਸਾ ਲੱਗਾ ਹੋਣਾ। ਹਾਂਜੀ ਹਾਂਜੀ। ਮਨਜ਼ੂਰੀ ਲਈ, ਕਿਉਂਕਿ ਉਹ ਆਪਣੇ ਇਲਾਕੇ ਦੇ ਲੰਬੜਦਾਰ ਸੀਗੇ। ਹਾਂਜੀ। ਤੇ ਪਹਿਲਾਂ ਮਨਜ਼ੂਰੀ ਲਈ, ਫਿਰ ਉੱਥੇ ਪੱਠਾ ਲਾਇਆ। 46 ਤੋਂ ਅੱਧ ਤੋਂ ਬਾਅਦ ਪੱਠੇ ਦਾ ਪਹਿਲਾ ਇੱਟਾਂ ਦਾ ਪੂਰ ਨਿਕਲਿਆ। ਉਹ ਬਸ ਇੱਕੋ ਹੀ ਪੂਰ ਨਿਕਲ ਸਕਿਆ। ਉਸ ਪੂਰ ਤੋਂ ਬਾਅਦ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਵੀ ਪਾਰਟੀਸ਼ਨ ਹੋ ਜਾਣੀ ਆ, ਜਾਣਾ ਪੈਣਾ। ਇਹ ਚੀਜ਼ ਬੜੀ ਡਿਪਰੈਸਿੰਗ ਸੀਗੀ, ਬੜੀ ਫਰਸਟ੍ਰੇਟਿੰਗ ਸੀਗੀ। ਤੋ ਸਾਰੀ ਜ਼ਿੰਦਗੀ ਦਾ ਸਰਮਾਇਆ ਉਹਨੂੰ ਛੱਡ ਕੇ ਆਉਣਾ ਬੜਾ ਮੁਸ਼ਕਿਲ ਸੀਗਾ। ਤੇ ਦੂਸਰੇ ਪਾਸੇ ਮੇਰਾ ਦਾਦਕਾ ਪਰਿਵਾਰ ਬਹੁਤ ਪ੍ਰੋਸਪੈਰਸ ਸੀਗਾ। ਹਾਂਜੀ। ਜਿੰਨੀਆਂ ਵੀ
ਮੋਸਟ ਮਾਡਰਨ ਫੈਸਿਲਿਟੀਜ਼ ਉਹਨਾਂ ਵਕਤਾਂ 'ਚ ਅਵੇਲੇਬਲ ਸੀਗੀਆਂ, ਉਹ ਸਾਡੀ ਉਸ ਹਵੇਲੀ ਵਿੱਚ ਉਹਨਾਂ ਨੇ ਕੀਤੀਆਂ। ਐਂਡ ਪੈਸੇ ਦੀ ਸੰਭਾਲ ਵਾਸਤੇ ਕੋਈ ਬੈਂਕ ਮੁੱਕ ਤਾਂ ਹੁੰਦੇ ਨਹੀਂ ਸੀਗੇ। ਇੱਕ ਆਪਣੀ ਕੀ ਕਹਿੰਦੇ ਹੁੰਦੇ ਹੈਗੇ ਆ, ਕਮਰਾ ਇੱਕ ਬਣਾਇਆ ਹੁੰਦਾ ਸੀਗਾ, ਜਿਹਦੇ ਥੱਲੇ ਉਹਨਾਂ ਨੇ ਇੱਕ ਰੱਖ ਲਈ ਸੀਗੀ ਪੇਟੀ ਵਗੈਰਾ। ਐਂਡ ਅਲਟੀਮੇਟਲੀ ਉਹੀ ਹਵੇਲੀ ਜਿਹੜੀ ਸੀ ਸੰਨ 47 ਦੇ ਵਿੱਚ ਮੇਰੇ ਪਿਤਾ ਜੀ, ਦਾਦਾ ਜੀ ਦੇ ਬ੍ਰਦਰ ਔਰ ਉਸ ਮੇਰੇ ਦਾਦਾ ਜੀ ਦੇ ਭਤੀਜੇ ਦੀ ਉਹ ਇਹੀ ਪ੍ਰੋਸਪੈਰਿਟੀ ਹੀ ਮੇਰੇ ਖਿਆਲ ਵਿੱਚ ਉਹਨਾਂ ਦੀ ਸ਼ਹੀਦੀ ਦਾ ਕਾਰਨ ਬਣੀ। ਤੋ ਉੱਥੇ ਹੀ ਉਸ ਹਵੇਲੀ ਦੇ ਵਿੱਚ ਉਹ ਸ਼ਹੀਦ ਹੋ ਗਏ। ਹਾਂਜੀ, ਔਰ ਆਪਾਂ ਇਹਨੂੰ ਅੱਗੇ ਹੋਰ ਚਲਾਵਾਂਗੇ ਕਿ ਕਿਸ ਤਰੀਕੇ ਨਾਲ ਕਾਰਵਾਂ ਬਣਾਇਆ ਗਿਆ, ਕਾਰਵਾਂ ਚੱਲਿਆ, ਕਿਵੇਂ ਕਾਰਵਾਂ 'ਚੋਂ ਵਿਛੜੇ ਪਿੱਛੇ ਨੂੰ ਆਏ। ਲੇਕਿਨ ਇਸ ਸਵਾਲ ਦੇ ਵਿੱਚ ਆਈ ਤਾਂ ਚਲੋ ਮੇਰਾ ਤਾਂ ਉਦੋਂ ਮਾਂ ਦੇ ਗਰਭ ਵਿੱਚ ਸੀਗਾ। ਇੱਥੇ ਆ ਕੇ ਮੇਰਾ ਜਨਮ ਹੁੰਦਾ। ਸਾਨੂੰ ਬਾਅਦ ਹੀ ਖਬਰ ਮਿਲਦੀ ਹੈਗੀ ਆ ਕਿ ਸਾਡੇ ਬਜ਼ੁਰਗ ਨਹੀਂ ਰਹੇ। ਤਾਂ ਬਚਪਨ ਦੇ ਵਿੱਚ ਜੋ ਮੇਰਾ ਬਚਪਨ ਸੀ, ਉਹ ਤੁਸੀਂ ਪਿਛਲੀ ਵਾਰ ਸਵਾਲ ਪੁੱਟ ਕੀਤਾ ਸੀਗਾ ਕਿ ਸਭ ਕੁਝ ਹੁੰਦੇ ਹੋਏ ਵੀ ਤੁਸੀਂ ਇਸ ਜੀਵਨ ਦੀ ਖੋਜ ਵੱਲ ਨੂੰ ਕਿੱਦਾਂ ਚੱਲੇ। ਹਾਂ, ਮੇਰਾ ਉਹੀ ਆ ਵੀ ਤੁਸੀਂ 50 ਸਾਲ ਆ ਕੇ ਚੰਗੀ ਪ੍ਰੈਕਟਿਸ ਕੀਤੀ, MBBS ਕੀਤੀ, MD ਕੀਤੀ, ਚੰਗਾ ਨਾਮ ਖੱਟਿਆ, ਫਿਰ ਇਹ ਜਿਹੜਾ ਹੈਗਾ ਦੱਬਿਓ ਜਵਾਲਾ ਫਿਰ ਉਜਾਗਰ ਕਿਵੇਂ ਹੋਈ ਸੀ? ਇਹ ਇਸ ਤਰ੍ਹਾਂ ਹੋਈ ਉਜਾਗਰ ਕਿ ਸੰਨ 97 ਆ ਗਿਆ। 96 ਦਾ ਸਾਲਾ ਅਗਸਤ 96 ਦੇ ਵਿੱਚ ਸੈਂਟਰ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਕਿ ਅਸੀਂ ਆਜ਼ਾਦੀ ਦੀ ਗੋਲਡਨ ਜੁਬਲੀ ਮਨਾਉਣੀ ਹੈਗੀ। ਹਾਂਜੀ। ਮੈਂ ਵੈਸੇ ਹਰ 15 ਅਗਸਤ ਨੂੰ ਸੀਰੀਅਸ ਹੋ ਜਾਂਦਾ। ਔਰ ਜਦੋਂ ਇਹ ਆਇਆ ਕਿ ਆਜ਼ਾਦੀ ਦੀ ਗੋਲਡਨ ਜੁਬਲੀ ਮਨਾਉਣੀ ਆ, ਤੇ ਮੇਰੇ ਮਨ 'ਚ ਆਇਆ ਕਿਹੜੀ ਆਜ਼ਾਦੀ? ਇਹ ਕਿਹੜੀ ਗੋਲਡਨ ਜੁਬਲੀ? ਬਸ ਇਹੋ ਜਿਹਾ ਉਬਾਲ ਉੱਠਿਆ ਕਿ ਉਸ ਵਕਤ ਮੇਰੀ ਮਾਂ ਵੀ ਜੀਂਦੀ ਸੀ। ਅੱਛਾ। ਮੇਰੇ ਹੋਰ ਇੱਕ ਮਾਸਟਰ ਜੀ ਸੀਗੇ, ਉਹ ਵੀ ਜੀਂਦੇ ਸੀਗੇ। ਇੱਕ ਹੋਰ ਮਾਮਾ ਲੱਗਦਾ ਸੀਗਾ, ਉਹ ਵੀ ਜੀਂਦਾ ਸੀਗਾ। ਉਹ ਵੀ ਉਧਰੋਂ ਆਏ ਸੀ ਸਾਰੇ। ਜਿੰਨੇ ਵੀ ਮੇਰੇ ਰਿਸ਼ਤੇਦਾਰ, ਮੇਰਾ ਵੱਡਾ ਭਾਈ ਤਾਂ ਸੀਗਾ ਜੀ 12 ਸਾਲ ਮੇਰੇ ਤੋਂ ਵੱਡਾ, ਜਿੰਨੇ ਵੀ ਅਸੀਂ ਉਧਰੋਂ ਆਏ ਸੀਗੇ, ਮੈਂ ਫਿਰ ਸਾਰਿਆਂ ਨੂੰ ਮਿਲਣਾ ਸ਼ੁਰੂ ਕੀਤਾ। ਅੱਛਾ, ਟੂ ਗੈਦਰ ਇਨਫੋਰਮੇਸ਼ਨ ਵੀ ਕੀ ਹੋਇਆ ਕੀ ਨਹੀਂ ਹੋਇਆ। ਅੱਛਾ। ਤੋ ਉਹਦੇ ਵਿੱਚੋਂ ਫਿਰ ਚੱਲਦੇ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਕਿਤਾਬ। ਸੋ ਮੈਨੂੰ ਇੱਕ ਸਾਲ ਲੱਗ ਗਿਆ ਇਹ ਸਾਰੀ ਇਨਫੋਰਮੇਸ਼ਨ ਇਕੱਠੇ ਕਰਦਿਆਂ। ਤੇ ਸੰਨ 97 ਦੇ ਵਿੱਚ ਫਿਰ ਮੇਰੀ ਉਹ ਕਿਤਾਬ ਆਈ 31 ਮਾਰ ਪਈ। ਹਾਂਜੀ। 31 ਮਾਰ ਪਈ ਕਿਤਾਬ ਨੇ ਮੇਰੇ 'ਚ ਬਹੁਤ ਤਬਦੀਲੀ ਲਿਆਂਦੀ। ਅੱਛਾ, ਇੱਕ ਸਾਲ ਲਿਖਣ ਲਈ ਲੱਗ ਗਿਆ ਫਿਰ 31 ਮਾਰ ਪਈ? ਮੈਨੂੰ ਲੱਗਦਾ ਤਾਂ ਪਹਿਲਾਂ ਸੀ ਮੈਗਜ਼ੀਨ ਮੈਂ ਪਹਿਲਾਂ ਵੀ ਕੱਢਦਾ ਸੀਗਾ। ਅੱਛਾ, ਇਹ ਵਾਲੀ ਕਿਤਾਬ ਲਿਖਣ ਤਾਂ ਮੈਂ 85 ਤੋਂ ਹਰਕਾਰਾ ਕੱਢ ਰਿਹਾ ਸੀ। ਹਰਕਾਰੇ ਸਾਰੀਆਂ ਸੰਪਾਦਕੀਆਂ, ਹੋਰ ਆਰਟੀਕਲ ਵੀ ਲਿਖਦਾ ਸੀਗਾ। ਲੇਕਿਨ ਇਹ ਜਿਹੜੀ ਕਿਤਾਬ ਸੀ 31 ਮਾਰ ਪਈ, ਇਹ ਜੋ 97 ਵਿੱਚ ਛਪੀ ਤਾਂ ਠੀਕ ਆ। ਪਾਰਟੀਸ਼ਨ ਦੀਆਂ ਕਹਾਣੀਆਂ, ਇੱਧਰਲੇ ਵੀ ਮੁਸਲਮਾਨਾਂ ਨਾਲ ਜਾਸਤੀਆਂ ਦੀ ਵੀ ਕਹਾਣੀਆਂ ਸੀਗੀਆਂ, ਉੱਧਰਲੀ ਵੀ ਜਿਹੜੀ ਸਾਡੇ ਮੇਰੇ ਆਪਣੇ ਪਰਿਵਾਰ ਦੀਆਂ 5-6 ਕਹਾਣੀਆਂ ਸੀਗੀਆਂ। ਤੋ ਉਸ ਕਹਾਣੀ ਦੀ ਕਿਤਾਬ ਲਿਖਣ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੈਂ ਪੰਜਾਬੀ ਲਿਟਰੇਚਰ ਨੂੰ ਕੋਈ ਯੋਗਦਾਨ ਪਾਇਆ। ਅੰਗਰੇਜ਼ੀ 'ਚ ਫਿਰ ਮੈਂ ਬਾਅਦ ਲਿਖੀ ਉਹ ਗॉड ਇਟ ਇਜ਼ ਟੂ ਮਚ, ਦੈਟ ਇਜ਼ ਅ ਡਿਫਰੈਂਟ ਸਟੋਰੀ। ਪਰ ਜੋ ਮੇਰੇ ਵਿੱਚ ਤਬਦੀਲੀ ਆਈ, ਉਹਨੇ ਮੈਨੂੰ ਇੱਕ ਚੀਜ਼ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹਦੇ ਮੈਨੇ ਕੀ ਹੋਇਆ। ਇਹ ਜਿਹੜੀ ਹਵੇਲੀਆਂ ਬਣਾਈਆਂ, ਇਤਨਾ ਸੋਨਾ ਚਾਂਦੀ ਜਵਾਹਰਾਤ ਇਕੱਠੇ ਕਰ ਲਏ, ਪੱਠੇ ਲਾ ਲਏ, ਇਤਨੀ ਮਟੀਰੀਅਲ ਰਿਚਨੈਸ ਆ ਗਈ, ਇਹਦੇ ਕੋਈ ਮੈਨੇ ਹੈਗੇ ਆ? ਐਂਡ ਨਾ ਇਹ ਜ਼ਮੀਨਾਂ ਰਹੀਆਂ, ਨਾ ਇਹ ਪੱਠੇ ਰਹੇ, ਨਾ ਉਹ ਹਵੇਲੀ ਰਹੀ, ਨਾ ਉਹ ਖਜ਼ਾਨਾ ਰਿਹਾ, ਨਾ ਇਹ ਬਜ਼ੁਰਗ ਰਹੇ, ਤੇ ਜੀਵਨ ਦੇ ਕੋਈ ਮੈਨੇ ਹਨ? ਇਹ ਕੀ ਕਰਨ ਕੀ ਗਏ ਸੀਗੇ? ਮੈਂ ਅੱਜ ਵੀ ਇਹ ਸਵਾਲ ਪੁੱਛਦਾ ਹੈਗਾ। ਲੇਕਿਨ ਇਹ ਸਵਾਲ ਨੇ ਮੈਨੂੰ ਇੱਕ ਨਵੀਂ ਦਿਸ਼ਾ ਵੱਲ ਮੋੜ ਦਿੱਤਾ। ਉਸ ਦਿਸ਼ਾ ਦੇ ਵਿੱਚ ਇਹ ਜੀਵਨ ਦੀ ਖੋਜ ਸ਼ੁਰੂ ਹੋ ਗਈ।
ਐਂਡ ਉਸ ਖੋਜ ਦੇ ਵਿੱਚੋਂ ਹੀ ਭਾਰ ਸਾਹਿਬ ਆਪਾਂ ਪਹਿਲਾ ਚੈਪਟਰ ਅੱਜ ਫਰੋਲਦੇ ਹਾਂ ਕਿ ਇਹ ਜੋ ਮਨੁੱਖ ਦੀ ਚਾਹਨਾ ਹੈ, ਮਨੁੱਖ ਦੀ ਕਾਮਨਾ ਹੈ, ਮਨੁੱਖ ਦੀ ਚਾਹ ਹੈ, ਮਨੁੱਖ ਦੀ ਡਿਜ਼ਾਇਰ ਹੈ, ਬੇਸਿਕਲੀ ਤਾਂ ਜਿਵੇਂ ਭਗਵਾਨ ਬੁੱਧ ਕਹਿੰਦੇ ਨੇ ਕਿ ਮਨੁੱਖ ਦੇ ਦੁੱਖ ਦਾ ਕਾਰਨ ਇਹੀ ਆ। ਭਾਈ ਸਾਹਿਬ ਪਹਿਲਾਂ ਤਾਂ ਮੈਂ ਇਸ ਤੇ ਬੜੀ ਖੋਜ ਕੀਤੀ, ਮੈਂ ਵੀ ਇਸੇ ਚੀਜ਼ ਨੂੰ ਸਮਝਦਾ ਸੀਗਾ ਕਿ ਇਹ ਵਾਕਿਆ ਹੀ ਦੁੱਖ ਦਾ ਕਾਰਨ ਮਨੁੱਖ ਦੀ ਚਾਹ ਹੈ, ਮਨੁੱਖ ਦੀ ਚਾਹਨਾ ਹੈ। ਪਰ ਫਿਰ ਮੇਰੇ ਦਿਮਾਗ 'ਚ ਆਵੇ ਕਿ ਭਾਰਤੀ ਦਰਸ਼ਨ ਤੇ ਹੋਰ ਵੀ ਸਾਰੇ ਬੁੱਧ ਪੁਰਸ਼ ਇਹ ਮਨੁੱਖ ਦੀ ਚਾਹ ਨੂੰ, ਮਨੁੱਖ ਦੀ ਵਾਸਨਾ ਨੂੰ, ਮਨੁੱਖ ਦੀ ਡਿਜ਼ਾਇਰ ਨੂੰ ਹੀ ਬਲੇਮ ਕਰਦੇ ਨੇ। ਪਰ ਮੈਨੂੰ ਇਹ ਚੀਜ਼ ਸਮਝ ਨਹੀਂ ਸੀ ਆ ਰਹੀ। ਐਂਡ ਫਿਰ ਕਹਿੰਦੇ ਨੇ ਕਿ ਜੇ ਦੁੱਖ ਤੋਂ ਛੁਟਕਾਰਾ ਪਾਉਣਾ ਤਾਂ ਇਸ ਡਿਜ਼ਾਇਰ ਤੋਂ, ਇਸ ਕਾਮਨਾ ਤੋਂ ਛੁਟਕਾਰਾ ਪਾਓ। ਪਰ ਜਿੰਨੀ ਕਿ ਮੇਰੀ ਸਟੱਡੀ ਗੁਰੂ ਨੇ ਮੈਨੂੰ ਕਰਵਾਈ ਸੀਗੀ ਗਹਿਰਾਈ ਵਿੱਚ, ਉਹ ਲਿਟਰੇਚਰ ਦੀ, ਸਾਰੀ ਜ਼ਿੰਦਗੀ ਮੈਂ ਲਿਟਰੇਚਰ ਹੀ ਪੜ੍ਹਦਾ ਰਿਹਾ, ਲੇਕਿਨ ਸਤਿਗੁਰੂ ਓਸ਼ੋ ਨੇ ਜੋ ਮੈਨੂੰ ਸਟੱਡੀ ਕਰਾਈ ਉਹ 'ਚ ਮੇਰੇ ਆਪਣੀ ਜੋ ਵਿਵੇਕ ਪੈਦਾ ਹੋਇਆ, ਉਸ ਵਿਵੇਕ ਦੇ ਵਿੱਚੋਂ ਮੇਰੇ ਇਹ ਮਨ 'ਚ ਆਵੇ ਕਿ ਇਹ ਜੀਵਨ ਜਿਹੜਾ ਅਸੀਂ ਜੀਵ ਰਹੇ ਹਾਂ, ਇਹ ਜੀਵਨ ਦੀ ਉਤਪਤੀ ਦਾ ਜੋ ਆਧਾਰ ਹੈ ਉਹ ਹੈ ਸਾਡੀ ਇਹ ਬ੍ਰਹਮ ਦੀ ਵਾਸਨਾ। ਐਂਡ ਬ੍ਰਹਮ ਦੀ ਵਾਸਨਾ ਨੂੰ ਉਹਨਾਂ ਨੇ ਕਾਮਦੇਵ ਕਿਹਾ। ਇਸ ਸ੍ਰਿਸ਼ਟੀ ਦੀ ਕ੍ਰੀਏਸ਼ਨ ਦਾ ਆਧਾਰ, ਇਸ ਜੀਵਨ ਦਾ ਆਧਾਰ ਇੱਕ ਪੂਜਨਯੋਗ ਸ਼ਕਤੀ ਹੈ, ਬ੍ਰਹਮ ਦੀ ਵਾਸਨਾ। ਇਹ ਬ੍ਰਹਮ ਦੀ ਡਿਜ਼ਾਇਰ ਹੈ। ਮੈਨੂੰ ਸਮਝ ਨਾ ਆਵੇ ਕਿ ਵੀ ਇਹ ਫਿਰ ਡਿਜ਼ਾਇਰ ਇੱਕ ਪਾਸੇ ਬੁੱਧ ਪੁਰਸ਼ ਸਾਰੇ ਗੁਰੂ ਕਹਿੰਦੇ ਨੇ ਕਿ ਵਾਸਨਾ ਤੋਂ ਛੁਟਕਾਰਾ ਪਾਓ, ਡਿਜ਼ਾਇਰ ਤੋਂ ਛੁਟਕਾਰਾ ਪਾਓ, ਇਹ ਤੋਂ ਬਚੋ, ਤੇ ਦੂਸਰੇ ਪਾਸੇ ਬੁਨਿਆਦ ਹੈ ਇਸ ਜੀਵਨ ਦੀ। ਕਹਾਣੀ ਕਿੱਥੇ ਅਟਕੀ ਆ? ਸੋ ਵੀ ਕੋਈ ਗੁਰੂ ਦੀ ਕਿਰਪਾ ਹੋਵੇਗੀ ਜਾਂ ਗੁਰੂ ਦੀ ਗ੍ਰੇਸ ਹੋਏਗੀ, ਜਦੋਂ ਮੈਂ ਇਹਦੀ ਹੋਰ ਗਹਿਰਾਈ ਵਿੱਚ ਗਿਆ ਤਾਂ ਮੈਨੂੰ ਗੁਰੂ ਦੀ ਗ੍ਰੇਸ ਨਾਲ ਹੀ ਲਾਓ ਤਸੇ ਦਾ ਜੋ ਤਾਓ ਤੇ ਕਿੰਗ ਹੈ ਗ੍ਰੰਥ, ਉਹਦੇ ਵਿੱਚੋਂ ਫਿਰ ਮੈਨੂੰ ਇਹ ਇੱਕ ਸੇਧ ਮਿਲੀ। ਉਹ ਸੇਧ ਕੀ ਮਿਲੀ ਕਿ ਇਹ ਵਾਸਨਾ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਹੈ ਰੀਅਲ ਵਾਸਨਾ, ਇੱਕ ਹੈ ਉਧਾਰੀ ਵਾਸਨਾ, ਭਾਵ ਬੋਰੋਡ ਵਾਸਨਾ, ਬੋਰੋਡ ਡਿਜ਼ਾਇਰ, ਇੱਕ ਹੈ ਰੀਅਲ ਡਿਜ਼ਾਇਰ। ਫਿਰ ਮੈਂ ਇਹਦੇ ਪਰ ਬਹੁਤ ਗਹਿਰਾਈ ਵਿੱਚ ਹੋਰ ਚਿੰਤਨ ਕੀਤਾ, ਮੰਨਣ ਕੀਤਾ, ਸਟੱਡੀ ਕੀਤੀ, ਐਂਡ ਇਹਨੂੰ ਫਿਰ ਮੈਂ ਆਤਮਸਾਤ ਕੀਤਾ। ਉਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਜਿਹੜੀ ਅਸੀਂ, ਜਿਹਨੂੰ ਅਸੀਂ ਡਿਜ਼ਾਇਰ ਨੂੰ ਬਾਰ-ਬਾਰ ਕਹਿੰਦੇ ਹੈਗੇ ਹਾਂ। ਇਹ ਜਿਹੜੀ ਰੀਅਲ ਡਿਜ਼ਾਇਰ ਹੈ ਉਹ ਕਾਮਦੇਵ ਦੀ ਡਿਜ਼ਾਇਰ ਹੈ। ਉਹਦੇ ਡਿਜ਼ਾਇਰ ਦੇ ਵਿੱਚੋਂ ਪੈਦਾ ਹੁੰਦਾ ਰਾਮ। ਅੱਗੇ ਲੰਬਾ ਚੌੜਾ ਚੱਕਰ ਫੇਰ ਕਰਾਂਗੇ। ਅਸੀਂ ਇਹਨੂੰ ਇੱਥੋਂ ਤੱਕ ਹੀ ਰੱਖੀਏ ਕਿ ਜੋ ਰੀਅਲ ਡਿਜ਼ਾਇਰ ਹੈ ਉਹ ਪੈਦਾ ਕਰਦੀ ਰਾਮ। ਐਂਡ ਇਸ ਰੀਅਲ ਡਿਜ਼ਾਇਰ ਦਾ ਇੱਕ ਆਊਟਵਰਡ ਫਲੋ ਹੈ। ਜਿਹੜੀ ਇਹ ਵਾਸਨਾ ਹੈ ਸਾਡੀ ਰੀਅਲ ਡਿਜ਼ਾਇਰ, ਪਰਮਾਤਮਾ ਦੀ ਵਾਸਨਾ, ਉਹਦੇ ਦੋ ਫਲੋ ਨੇ, ਇੱਕ ਇਨਵਰਡ ਫਲੋ, ਇੱਕ ਆਊਟਵਰਡ ਫਲੋ। ਜਿਹੜਾ ਉਹਦਾ ਇਨਵਰਡ ਫਲੋ ਹੈ ਉਹ ਕਾਮਦੇਵ ਹੀ ਹੈ। ਉਹ ਕਾਮਦੇਵ ਦਾ ਇਨਵਰਡ ਐਂਡ ਅਪਵਰਡ ਫਲੋ ਜੋ ਹੈ ਉਹ ਹੈ ਰਾਮ ਨੂੰ ਜਨਮ ਦਿੰਦਾ। ਜਿਹੜਾ ਆਊਟਵਰਡ ਫਲੋ ਹੈ ਉਹ ਤੁਹਾਡੀ ਅਨਕੰਸ਼ੀਅਸਨੈਸ ਐਂਡ ਹੰਕਾਰ ਨੂੰ ਜਨਮ ਦਿੰਦਾ, ਦਾਨਵ ਨੂੰ ਜਨਮ ਦਿੰਦਾ, ਡੈਮਨ ਨੂੰ ਜਨਮ ਦਿੰਦਾ। ਇਸੇ ਤਰੀਕੇ ਨਾਲ ਹੀ ਕਾਮ ਰਾਖਸ਼ ਜਿਹਨੂੰ ਅਸੀਂ ਬਾਹਰਲੀ ਡਿਜ਼ਾਇਰ ਮੂਵ ਕਰਦੀ ਐਨਰਜੀ ਜਿਹੜੀ ਅੰਦਰ ਕਰਦੀ ਹੈਗੀ ਆ, ਉਹ ਰਾਮ, ਕਾਮਦੇਵ। ਆ ਜਿਹੜੀ ਡਿਜ਼ਾਇਰ, ਜਿਹੜੀ ਐਨਰਜੀ ਬਾਹਰ ਨੂੰ ਜਾਂਦੀ ਹੈਗੀ ਆ, ਇਸ ਆਊਟਵਰਡ ਫਲੋ ਵਿੱਚੋਂ ਜਿਹੜੀ ਡਿਜ਼ਾਇਰ ਨਿਕਲਦੀ ਹੈਗੀ ਆ, ਉਹ ਬੋਰੋਡ ਡਿਜ਼ਾਇਰ ਨੂੰ ਫੁਲਫਿਲਮੈਂਟ ਦੇ ਵਿੱਚ ਲੱਗ ਜਾਂਦੀ ਆ। ਜਿਹੜੀਆਂ ਅਸੀਂ ਉਧਾਰੀ ਵਾਸਨਾਵਾਂ ਜਦੋਂ ਕਹਿੰਦੇ ਨੇ ਜਾਂ ਬੋਰੋਡ ਡਿਜ਼ਾਇਰ ਕਹਿੰਦੇ ਨੇ, ਉਹਨਾਂ ਨੂੰ ਪੂਰਾ ਕਰਨ ਵਾਸਤੇ ਮਨੁੱਖ ਨੂੰ ਬੇਹੋਸ਼ ਕੀਤਾ ਜਾਂਦਾ, ਹੰਕਾਰ ਨਾਲ ਭਰਿਆ ਜਾਂਦਾ, ਐਂਡ ਸਿਰੇ ਦਾ ਸਵਾਰਥੀ ਬਣਾਤਾ ਜਾਂਦਾ। ਹੁਣ ਆਪਾਂ ਮੁੱਢਲੇ ਚੈਪਟਰ ਤੇ ਆਉਣੇ ਆ। ਇਹ ਜਦੋਂ ਮੇਰੇ ਬਜ਼ੁਰਗ, ਮੇਰਾ ਨਾਨਕਾ ਪਰਿਵਾਰ, ਮੇਰਾ ਦਾਦਕਾ ਪਰਿਵਾਰ ਸਾਰਾ ਬਾਹਰ ਦੇ ਇਲਾਕੇ ਵਿੱਚ ਜਾਂਦਾ ਆ। ਤੁਸੀਂ ਆਪਾਂ ਪਹਿਲਾਂ ਜ਼ਿਕਰ ਕਰਦੇ ਸੀਗੇ ਕਿ ਵੀ ਇਤਨੀ ਮਿਹਨਤ ਕੀਤੀ। ਉਹ ਮਿਹਨਤ ਕੀ ਸੀਗੀ? ਉਹ ਮਿਹਨਤ ਆਊਟਵਰਡ ਫਲੋ ਆਫ ਐਨਰਜੀ ਸੀ।
ਮਨੁੱਖ ਇਸ ਆਊਟਵਰਡ ਫਲੋ ਆਫ એનર્ਜੀ ਤੱਕ ਕਿਉਂ ਸੀਮਿਤ ਹੋ ਜਾਂਦਾ? ਇਹ ਤੋਂ ਪਰੇ ਮਨੁੱਖ ਨੂੰ ਹੋਰ ਕੁਝ ਨਹੀਂ ਪਤਾ। ਆਹ ਜੇ ਇਹੋ ਮੈਂ ਉਹ ਸਵਾਲ ਪੁੱਛਣਾ ਚਾਹੁੰਦਾ ਸੀ, ਜੇ ਇਹੋ ਨਾ ਹੋਵੇ ਫਿਰ ਤਾਂ ਜਿਹੜੀ ਮਟੀਰੀਅਲ ਤਰੱਕੀ ਸਾਰੀ ਰੁਕ ਜਾਏ। ਇਹ ਜਿਹੜੀ ਆਊਟਵਰਡ ਫਲੋ ਹੈ, ਜਿਹਦੇ ਵਿੱਚ ਆਪਾਂ ਅਨਕੌਂਸ਼ੀਅਸਨੈਸ ਕੱਢੀ ਹੈਗੀ ਆ, ਈਗੋ ਕੱਢਿਆ ਹੈਗਾ, ਮਟੀਰੀਅਲ ਦੌੜ ਕੱਢੀ ਹੈਗੀ ਆ, ਹਾਂਜੀ, ਤੋ ਇਹ ਮਨੁੱਖ ਦਾ ਇਸ ਬੋਰੋਡ ਡਿਜ਼ਾਇਰ ਦਾ ਕਿਉਂ ਸ਼ਿਕਾਰ ਹੋ ਜਾਂਦਾ? ਕਿਉਂ ਇਤਨਾ ਉਹ ਸਵਾਰਥੀ ਹੋ ਜਾਂਦਾ ਹੈਗਾ ਕਿ ਉਹ ਮੈਂ ਇਸ ਪਾਸੇ ਨੂੰ ਜਾਵਾਂ? ਇਹਦੇ ਤੱਕ ਸੀਮਿਤ ਕਿਉਂ ਹੋ ਜਾਂਦਾ? ਮੇਰੇ ਬਜ਼ੁਰਗ ਵੀ ਸੀਮਿਤ ਹੋਏ। ਇਹਦੇ ਦੋ ਕਾਰਨ ਨੇ। ਪਹਿਲਾ ਹੈ, ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ, ਕਲਚਰਲ ਕੰਡੀਸ਼ਨਿੰਗ, ਸਮਾਜਿਕ ਢਾਲਣਾ, ਸਮਾਜਿਕ ਮੋਲਡਿੰਗ, ਸੰਸਕਾਰਿਤ ਕਰਨਾ, ਪ੍ਰਾਣੀ ਨੂੰ ਸੰਸਕਾਰਿਤ ਕਰਨਾ। ਬੋਰੋਡ ਡਿਜ਼ਾਇਰ ਦੀ ਪੂਰਤੀ ਵਾਸਤੇ ਇਹ ਕਲਚਰ ਢਾਲਣਾ ਮਨੁੱਖ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈਗੀ ਆ ਕਿ ਉਹਨੂੰ ਬੇਹੋਸ਼ ਬਣਾ ਦਿਓ, ਉਹਦੇ ਵਿੱਚ ਸਵਾਰਥ ਪੂਰਤੀ ਲਈ ਹੰਕਾਰ ਭਰ ਦਿਓ, ਐਂਡ ਉਹਨੂੰ ਇੱਕ ਕਰਮ ਦੇ ਰਸਤੇ ਤੇ ਲਾ ਦਿਓ। ਸਮਝ ਗਏ? ਬੁਨਿਆਦ ਇਹਦੀ ਬੋਰੋਡ ਡਿਜ਼ਾਇਰ ਹੀ ਹੈ। ਉਸ ਬੋਰੋਡ ਡਿਜ਼ਾਇਰ ਦੇ ਵਿੱਚੋਂ ਹੀ ਮਨੁੱਖ ਦੀ ਇੱਕ ਇਹੋ ਜਿਹੀ ਢਾਲਣਾ ਹੋ ਜਾਂਦੀ ਆ, ਇਹੋ ਜਿਹੀ ਉਹਦੀ ਮੋਲਡਿੰਗ ਹੋ ਜਾਂਦੀ ਹੈਗੀ ਆ ਕਿ ਉਹ ਇਸ ਨੈਟਵਰਕ ਤੋਂ ਬਾਹਰ ਹੀ ਨਹੀਂ ਨਿਕਲਦਾ। ਉਹਦੀ ਇਸ ਦੁਨੀਆ ਦੇ ਵਿੱਚ ਬੋਰੋਡ ਡਿਜ਼ਾਇਰ ਦੀ ਪੂਰਤੀ ਵਾਲੇ ਪਾਸੇ ਵਿੱਚ ਇਸ ਤਰੀਕੇ ਨਾਲ ਪ੍ਰਵੇਸ਼ ਕਰ ਜਾਂਦਾ ਆ ਕਿ ਉਹਦਾ ਜਿਹੜਾ ਕਰਮ ਆ, ਉਸ ਕਰਮ ਨੂੰ ਇੱਕ ਖਾਸ ਪ੍ਰਕਾਰ ਦੀ ਗਿਆਨ ਜਾਂ ਨੌਲੇਜ ਕਹਿ ਲਓ, ਉਹ ਨੌਲੇਜ ਪ੍ਰਾਪਤ ਕਰਦਾ। ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਡਿਜ਼ਾਇਰ, ਗਿਆਨ ਤੇ ਆਪਣਾ ਇਹ ਕਰਮ। ਲੇਕਿਨ ਇਹਨੂੰ ਪੈਦਾ ਕਰਦੀ ਹੈਗੀ ਆ ਇਹ ਕਲਚਰਲ ਕੰਡੀਸ਼ਨਿੰਗ। ਹੁਣ ਮਨੁੱਖ ਦੇ ਵੱਸ ਤਾਂ ਹੈ ਨਹੀਂ। ਇਹ ਤਿੰਨਾਂ ਚੀਜ਼ਾਂ ਨੂੰ ਕਲਚਰਲ ਕੰਡੀਸ਼ਨਿੰਗ ਰਾਹੀਂ ਸਾਡੇ ਮਾਂ-ਬਾਪ ਸਾਡੇ 'ਚ ਪੈਦਾ ਕਰਦੇ ਆ। ਜਿਸ ਤਰੀਕੇ ਨਾਲ ਉਹ ਸਾਨੂੰ ਢਾਲ ਲੈਂਦੇ ਆ, ਬੱਚਾ ਉਸ ਤਰੀਕੇ ਨਾਲ ਹੀ ਢਲ ਜਾਂਦਾ, ਚੱਲਦਾ ਰਹਿੰਦਾ ਹੈ। ਸਾਡੇ ਭਾਰਤੀ ਦਰਸ਼ਨ ਵਿੱਚ ਪੁਰਾਣੇ ਵਕਤਾਂ 'ਚ ਬਹੁਤ ਅੱਛੀ ਟ੍ਰੈਡੀਸ਼ਨ ਸੀ, ਜਿਹਨੂੰ ਅਸੀਂ ਗੁਰੂਕੁਲ ਕਹਿੰਦੇ ਹੁੰਦੇ ਸੀਗੇ। ਹਾਂਜੀ ਹਾਂਜੀ। ਉਸ ਗੁਰੂਕੁਲ ਦੇ ਵਿੱਚ ਬੱਚੇ ਨੂੰ 25 ਸਾਲ ਤੱਕ ਭੇਜਿਆ ਜਾਂਦਾ ਸੀ ਕਿ ਜਾ ਕੇ ਤੂੰ ਹਰ ਪ੍ਰਕਾਰ ਦਾ ਗਿਆਨ ਪ੍ਰਾਪਤ ਕਰ। ਜੀ ਜੀ। ਅੰਗਰੇਜ਼ ਹਕੂਮਤ ਨੇ ਆ ਕੇ ਆਪਣਾ ਐਜੂਕੇਸ਼ਨ ਸਿਸਟਮ ਜਦੋਂ ਸਾਨੂੰ ਦਿੱਤਾ ਤਾਂ ਸਾਡੀ ਉਸ ਗੁਰੂਕੁਲ ਪਰੰਪਰਾ ਨੂੰ, ਉਸ ਜਿਹੜੀ ਸੀਗੀ ਸਾਡੀ ਉਹ ਵੇ ਆਫ ਟੀਚਿੰਗ ਸੀਗਾ, ਉਸ ਨੂੰ ਖਤਮ ਕਰਕੇ ਇੱਕ ਵੈਸਟਰਨ ਵੇ ਆਫ ਟੀਚਿੰਗ ਦੇ ਦਿੱਤਾ। ਉਸ ਵੈਸਟਰਨ ਵੇ ਆਫ ਟੀਚਿੰਗ ਦੇ ਵਿੱਚ ਮੇਨ ਚੀਜ਼ ਹੈ ਕਿ ਬਚਪਨ ਤੋਂ ਹੀ ਮਨੁੱਖ ਨੂੰ ਬੇਹੋਸ਼ ਕਰ ਦਿਓ। ਅਸੀਂ ਗੁਰੂਕੁਲ 'ਚ ਉਹਨੂੰ ਹੋਸ਼ ਕਰਦੇ ਸੀਗੇ। ਇਹ ਨਵੇਂ ਐਜੂਕੇਸ਼ਨ ਸਿਸਟਮ 'ਚ ਮਨੁੱਖ ਨੂੰ ਅਨਕੌਂਸ਼ੀਅਸ ਬਣਾਇਆ ਜਾਂਦਾ। ਇਹ ਕਿਸ ਤਰੀਕੇ ਦੇ ਨਾਲ ਨਵੇਂ ਐਜੂਕੇਸ਼ਨ ਸਿਸਟਮ ਵਿੱਚ ਮਨੁੱਖ ਦੀ ਬੁੱਧੀ ਵਿੱਚ ਇੱਕ ਥਿੰਕਿੰਗ ਭਰ ਦਿਓ, ਯੂ ਹੈਵ ਟੂ ਬਿਕਮ ਸਮਥਿੰਗ। ਤੂੰ ਕੁਝ ਬਣ ਕੇ ਦਿਖਾ ਲੈਣਾ ਆ, ਤੂੰ ਕਲਾਸ 'ਚੋਂ ਫਸਟ ਆਉਣਾ ਆ, ਤੂੰ ਦੌੜਾਂ 'ਚੋਂ ਵੀ ਫਸਟ ਆਉਣਾ ਆ, ਤੂੰ ਦੂਸਰੇ ਨੂੰ ਕੱਟਣਾ ਆ। ਇਹ ਵੈਸਟਰਨ ਐਜੂਕੇਸ਼ਨ ਹੈ। ਸਾਡੀ ਬੜੀ ਪੁਰਾਣੀ ਸੀ ਐਂਸ਼ੀਅੰਟ ਭਾਰਤੀ ਦਰਸ਼ਨ ਦੀ ਐਜੂਕੇਸ਼ਨ, ਉਹਦੇ ਵਿੱਚ ਇਸ ਪ੍ਰਕਾਰ ਦੀ ਮੁਕਾਬਲੇਬਾਜ਼ੀ ਨਹੀਂ ਸੀ। ਅੱਗੇ ਫਿਰ ਆ ਜਾਂਦੀ ਸਾਡੀ ਸਕੂਲ ਦੀ ਅਤੇ ਯੂਨੀਵਰਸਿਟੀ ਦੀ ਅਤੇ ਪ੍ਰੋਫੈਸ਼ਨਲ ਕਾਲਜ ਦੀ ਐਜੂਕੇਸ਼ਨ। ਉਹ ਜੋ ਸਾਨੂੰ ਨੌਲੇਜ ਦਿੰਦੀ ਹੈਗੀ ਆ, ਅਸੀਂ ਸਮਝਦੇ ਹਾਂ ਕਿ ਬਸ ਇਹੀ ਨੌਲੇਜ ਆ, ਇਸ ਤੋਂ ਅੱਗੇ ਕੋਈ ਹੋਰ ਨੌਲੇਜ ਨਹੀਂ ਹੈਗੀ। ਮੌਤ ਨੇੜੇ ਨਜ਼ਦੀਕ ਆ ਜਾਂਦੀ ਹੈਗੀ ਆ, ਪਰ ਸਾਨੂੰ ਜੀਵਨ ਦਾ ਕਦੇ ਉਹ ਇਹਦੇ ਵਿਪਰੀਤ ਹੈ ਕੌਨਸ਼ੀਅਸਨੈਸ, ਜੋ ਰੀਅਲ ਪਰਪਸ ਉਹਦੇ ਤੇ ਨਹੀਂ ਪਹੁੰਚਦੇ ਹੈਗੇ। ਆਪਾਂ ਪਿਛਲੀ ਵਾਰ ਗੱਲਬਾਤ ਕੀਤੀ ਸੀਗੀ ਕਿ ਜਿਹੜਾ ਕੌਨਸ਼ੀਅਸਨੈਸ ਹੈ, ਜਾਗਰੂਕ ਹੋਣਾ, ਸਾਖਸ਼ੀ ਭਾਵ ਨੂੰ ਪ੍ਰਾਪਤ ਕਰਨਾ, ਦ੍ਰਿਸ਼ਟਾ ਨੂੰ ਪ੍ਰਾਪਤ ਕਰਨਾ, ਉਹ ਕਿੱਥੋਂ ਨਿਕਲੇਗਾ? ਸਾਰਥੀ, ਜਿਹੜਾ ਇਸ ਸਾਰੀ ਕਾਇਨਾਤ ਨੂੰ ਚਲਾ ਰਹੀ ਸ਼ਕਤੀ ਆ, ਉਹਨੂੰ ਅਸੀਂ ਭਾਰਤੀ ਦਰਸ਼ਨ ਨੇ ਸਾਰਥੀ ਕਿਹਾ ਕਿ ਤੂੰ ਆਪਣੇ ਰੱਥ ਦਾ ਸਾਰਥੀ ਲੱਭ ਲਾ। ਉਹ ਨਹੀਂ ਲੱਭਣ ਦੇਣਾ। ਨਤੀਜਾ ਕੀ ਨਿਕਲਿਆ ਕਿ ਸਾਡੇ ਭਾਰਤੀ ਦਰਸ਼ਨ ਦੀ ਇਤਨੀ ਬਿਊਟੀਫੁਲ ਖੋਜ, ਆਪਾਂ ਮੈਂ ਖਿਆਲ ਇਨ ਦੀ ਬਿਗਿਨਿੰਗ ਰਜਸ ਤਮਸ ਸਤਵ ਦੇ ਉੱਪਰ ਵੀ ਗੱਲਬਾਤ ਕੀਤੀ ਸੀ। ਹਾਂਜੀ ਹਾਂਜੀ। ਇਹ ਜਿਹੜੇ ਤਿੰਨ ਨੇ ਗੁਣ, ਇਹ ਇੱਕ ਤੋਂ ਤਿੰਨ, ਤਿੰਨ ਤੋਂ ਅਨੇਕ, ਇੱਕ ਤੋਂ ਤਿੰਨ, ਤਿੰਨ ਤੋਂ ਅਨੇਕ। ਜਦੋਂ ਅਸੀਂ ਅਨੇਕ ਵੱਲ ਜਾਂਦੇ ਹਾਂ ਤਾਂ ਇਹ ਅਨਕੌਂਸ਼ੀਅਸਨੈਸ ਐਂਡ ਕਰਮ ਐਂਡ ਇਹ ਈਗੋ ਫੁਲਫਿਲਮੈਂਟ ਦਾ ਸਿਲਸਿਲਾ
ਮਟੀਰੀਅਲ ਦੌੜ ਸ਼ੁਰੂ ਹੋ ਜਾਂਦੀ ਹੈਗੀ ਆ। ਹੁਣ ਜਦੋਂ ਅਸੀਂ ਇੱਥੋਂ ਵਾਪਸ ਜਾਣਾ 9 ਤੋਂ 3 ਜਾਂ 1 ਤੋਂ ਅਨੇਕ ਤੋਂ 3 3 ਤੋਂ ਫਿਰ 1 ਜਦੋਂ 1 ਵੱਲ ਜਾਵਾਂਗੇ ਤਾਂ ਫਿਰ ਅਸੀਂ ਕੌਨਸ਼ੀਅਸ ਹੋਵਾਂਗੇ। ਲੇਕਿਨ ਇਹ ਜਿਹੜੇ 3 ਨੇ ਇਹ 3 ਮਨੁੱਖ ਦੀਆਂ ਲੱਤਾਂ ਨੇ। ਸਾਡੀ ਇੱਕ ਮਨੁੱਖੀ ਸਰੀਰ ਇੱਕ ਟ੍ਰਾਈਪੋਡ ਹੈ, 3 ਲੱਤਾਂ ਦਾ ਇੱਕ ਤਪਾਈ ਹੈ। ਹਾਂਜੀ, ਰਜਸ ਦੀ, ਤਮਸ ਦੀ ਐਂਡ ਸਤਵ ਦੀ। ਜੀ ਇਹਨਾਂ ਤਿੰਨਾਂ ਦਾ ਇੱਕ ਆਪਣਾ ਇੱਕ ਬੈਲੈਂਸ ਹੈ, ਸੰਤੁਲਨ ਹੈ। ਆਪਣੀ ਆਉਣ ਵਾਲੇ ਸਮੇਂ ਦੇ ਜਿਹੜੇ ਹੋਰ ਵੀ ਡਿਸਕੋਰਸਸ ਹੋਣਗੇ ਇਸ ਤਰੀਕੇ ਨਾਲ ਹੀ ਸੰਸਾਰਕ ਐਂਡ ਪਦਾਰਥਕ ਐਂਡ ਵਰਡ ਮੁਖੀ ਹਾਲਤਾਂ ਨੂੰ ਲੈਂਦੇ ਹੋਏ ਉਹਦੇ ਆਧਾਰ ਵਿੱਚ ਜਾਵਾਂਗੇ ਕਿ ਬੇਸਿਕਲੀ ਸਾਡੇ ਵਿੱਚ ਇਹ ਵਿਗਾੜ ਕਿੱਥੇ ਪੈਂਦਾ। ਇਸ ਵੇਲੇ ਜਿਹੜਾ ਸਾਡਾ ਵਿਗਾੜ ਹੈਗਾ ਆ ਉਹ ਇਹ ਸਾਡਾ ਇੱਕ ਸੰਤੁਲਨ ਹੈ। ਹੁਣ ਤੁਸੀਂ ਦੇਖੋ ਕਿ ਕਿੱਡੀ ਸੋਹਣੀ ਚੀਜ਼ ਪਾਤੀ ਦਰਸ਼ਨ ਦਿੱਤੀ। ਉਹ ਕਹਿੰਦਾ ਹੈਗਾ ਕਿ ਜਿਹੜੀਆਂ ਤਿੰਨੇ ਤੁਹਾਡੇ ਗੁਣ ਨੇ ਤਮਸ, ਰਜਸ ਤੇ ਸਤਵ, ਇਹ ਕੋਈ ਵੱਖੋ ਵੱਖਰੇ ਨਹੀਂ ਹੈਗੇ। ਇੱਕ ਹੀ ਪ੍ਰਾਣੀ ਵਿੱਚ 3 ਨੇ। ਕਿਸੇ 'ਚ ਵੱਧ ਹੋ ਸਕਦਾ, ਰਿਲੇਟਿਵ ਹੋ ਸਕਦਾ, ਰਿਲੇਟਿਵ ਰੇਸ਼ੋ ਹੈ, ਕਿਸੇ 'ਚ ਵੱਧ ਹੈ, ਕਿਸੇ 'ਚ ਘੱਟ ਹੈ, ਲੇਕਿਨ ਤਿੰਨਾਂ ਤੋਂ ਬਗੈਰ ਇਹ ਸਰੀਰ ਚੱਲ ਹੀ ਨਹੀਂ ਸਕਦਾ। ਜਿਵੇਂ ਸਰੀਰ ਦੇ ਵਿੱਚ 3 ਗੁਣ ਨੇ, ਇੱਦਾਂ ਦਿਨ ਦੇ 3 ਗੁਣ ਨੇ, ਮਹੀਨਿਆਂ ਦੇ 3 ਗੁਣ ਨੇ, ਸਾਲਾਂ ਦੇ 3 ਗੁਣ ਨੇ। ਇੱਕ ਤਿੰਨਾਂ ਦੇ ਉੱਪਰ ਇਹ ਮਨੁੱਖ ਨੂੰ ਖੁਦ ਇਹਦਾ ਸਵੈ ਅਧਿਆਇ ਕਰਨਾ ਹੋਵੇਗਾ, ਆਪਣਾ ਖੁਦ ਇਸ ਚੀਜ਼ ਦਾ ਐਨਾਲਾਈਜ਼ ਕਰਨਾ ਹੋਵੇਗਾ ਕਿ ਮੇਰੇ 'ਚ ਕਿੰਨਾ ਕੁ ਤਮਸ ਹੈ, ਕਿੰਨਾ ਕੁ ਰਜਸ ਹੈ, ਕਿੰਨਾ ਕੁ ਸਤਵ ਹੈ। ਸੋ ਇਹਦਾ ਜਿਹੜਾ ਬੈਲੈਂਸ ਹੈ, ਆਪਾਂ ਜੋ ਸਾਰੇ ਐਪੀਸੋਡ ਕਰ ਰਹੇ ਹੈਗੇ ਆ, ਇਹਦੇ ਵਿੱਚ ਸਾਡਾ ਮੇਨ ਮੁੱਖ ਮਕਸਦ ਇਹ ਸਾਰਥੀ ਦੀ ਤਲਾਸ਼ ਹੈ ਜਿਹੜਾ ਕਿਸ ਜੀਵਨ ਨੂੰ ਚਲਾ ਰਿਹਾ। ਐਂਡ ਉਹ ਸਾਰਥੀ ਦੀ ਤਲਾਸ਼ ਹੀ ਸਾਕਸ਼ੀ ਦੀ ਤਲਾਸ਼ ਹੈ। ਇਹੀ ਤਲਾਸ਼ ਹੀ ਸਾਨੂੰ ਜਾਗਰੂਕ ਕਰਦੀ ਹੈਗੀ ਆ, ਕੌਨਸ਼ੀਅਸ ਬਣਾਉਂਦੀ ਹੈਗੀ ਆ, ਅਲਰਟ ਕਰ ਦਿੰਦੀ ਹੈਗੀ ਆ। ਐਂਡ ਜਦੋਂ ਅਸੀਂ ਅਲਰਟ ਹੋ ਜਾਂਦੇ ਹੈਗੇ ਆ ਤੇ ਪਰਮਾਤਮਾ ਦਾ ਮੇਨ ਕਰੈਕਟਰ ਹੈ ਅਲਰਟਨੈਸ, ਉਹਨੂੰ ਅਸੀਂ ਪ੍ਰਾਪਤ ਕਰ ਲੈਂਦੇ ਹਾਂ। ਉੱਥੋਂ ਸਾਡੀ ਸਮਝ ਪੈਂਦੀ ਫਿਰ ਕਿ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਦਿਸ ਰੀਅਲ ਡਿਜ਼ਾਇਰ ਐਂਡ ਦਾ ਬੋਰੋਡ ਡਿਜ਼ਾਇਰ। ਫਿਲਹਾਲ ਤਾਂ ਸਾਨੂੰ ਬੋਰੋਡ ਡਿਜ਼ਾਇਰ ਨੇ ਇਤਨਾ ਘੇਰਿਆ ਹੋਇਆ ਕਿ ਸਾਨੂੰ ਕਦੇ ਇਸ ਚੀਜ਼ ਜਿਹੜੀਆਂ ਆਪਾਂ ਗੱਲਾਂ ਤਾਂ ਕਰਦੇ, ਮੈਂ ਪਿਛਲੀ ਵਾਰ ਗੱਲ ਕੀਤੀ ਸੀਗੀ ਕਿ ਇਹ ਲੋਕਾਂ ਦੀ ਸਮਝ ਵਿੱਚ ਨਹੀਂ ਪੈਂਦੀਆਂ ਕਿਉਂਕਿ ਲੋਕ ਇਹਨੂੰ ਸਮਝਣਾ ਹੀ ਨਹੀਂ ਚਾਹੁੰਦੇ। ਕਿਉਂਕਿ ਸਾਡੀ ਇੰਨੀ ਜ਼ਬਰਦਸਤ ਮੋਲਡਿੰਗ ਹੋ ਚੁੱਕੀ ਹੈਗੀ ਆ, ਢਾਲਣਾ ਹੋ ਚੁੱਕੀ ਹੈਗੀ ਆ। ਇੱਕ ਵੱਖਰੇ ਗਿਆਨ ਨੇ ਸਾਨੂੰ ਇੱਦਾਂ ਮੋੜ ਦਿੱਤਾ। ਜੋ ਸਾਡਾ ਕੁਆਲੀਫਾਈਡ ਇੰਜੀਨੀਅਰ ਆ, ਜੋ ਸਾਡਾ ਕੁਆਲੀਫਾਈਡ ਡਾਕਟਰ ਆ, ਉਹ ਦੌੜਿਆ ਹੋਇਆ ਪੱਛਮ ਨੂੰ। ਜਿੱਦਾਂ ਮੇਰੇ ਬਜ਼ੁਰਗ ਇੱਥੋਂ ਪਾਕਿਸਤਾਨ ਗਏ ਸੀਗੇ, ਹੁਣ ਅਮਰੀਕਾ ਚਲੀਏ, ਕੈਨੇਡਾ ਚਲੀਏ, ਇੰਗਲੈਂਡ ਚਲੀਏ, ਆਸਟ੍ਰੇਲੀਆ ਚਲੀਏ। ਜੀਵਨ ਦੀ ਸਮਝ ਨਹੀਂ ਹੈ। ਬਿਲਕੁਲ ਆਪਾਂ ਦਾ ਜਿਹੜਾ ਭਾਰਤ ਸਾਹਿਬ ਤੁਸੀਂ ਇਹ ਬਹੁਤ ਇੰਪੋਰਟੈਂਟ ਕੰਮ ਕਰ ਰਹੇ ਹੋ, ਇਹ ਜਿਹੜਾ ਕੰਪੈਸ਼ਨ ਐਂਡ ਲਵ ਆਪਾਂ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ। ਤੁਸੀਂ ਪਿਛਲੀ ਵਾਰ ਕਿਹਾ ਸੀਗਾ ਚਲੋ ਡਾਕਟਰ ਸਾਹਿਬ ਕੋਈ ਨਹੀਂ 5-7 ਬੰਦਿਆਂ ਤੱਕ ਤਾਂ ਸਾਡਾ ਮੈਸੇਜ ਆਏਗਾ ਹੀ। ਨਹੀਂ, ਬਹੁਤ ਜ਼ਿਆਦਾ ਲੋਕੀ ਲਾਈਕ ਕਰਦੇ ਹੈਗੇ। ਅਸੀਂ ਇਸ ਸਾਰਥੀ ਨੂੰ ਲੱਭੀਏ, ਅਸੀਂ ਅਲਰਟ ਹੋਈਏ, ਅਵੇਅਰ ਹੋਈਏ ਐਂਡ ਆਪਣੇ ਜੀਵਨ ਦੀ ਜੋ ਬੁਨਿਆਦੀ ਸਾਡਾ ਪਰਪਸ ਹੈ ਉਸ ਨੂੰ ਅਸੀਂ ਅਡੋਪਟ ਕਰੀਏ। ਬਹੁਤ ਅੱਛਾ ਡਾਕਟਰ ਸਾਹਿਬ। ਅੱਜ ਦੇ ਮੇਰੇ ਖਿਆਲ ਐਪੀਸੋਡ ਵਿੱਚ ਅਸੀਂ ਇੱਥੇ ਛੱਡ ਦਿੰਦੇ ਹੈਗੇ। ਅਗਲੇ ਐਪੀਸੋਡ 'ਚ ਇੱਥੋਂ ਫਿਰ ਕੰਟੀਨਿਊ ਕਰਾਂਗੇ। ਠੀਕ ਹੈ, ਕਿਵੇਂ ਜਰਨੀ ਹੋਈ ਹੈਗੀ। ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ ਹੈਗੀਆਂ, ਪਾਕਿਸਤਾਨ ਦੀ ਜਰਨੀ ਤੋਂ ਲੈ ਕੇ ਇਹ ਜਿਹੜੀ ਡਿਜ਼ਾਇਰ ਸਿਸਟਮ ਹੈਗਾ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਬਹੁਤ ਮਿਹਰਬਾਨੀ, ਧੰਨਵਾਦ, ਥੈਂਕ यू वेरी मच। एक बार फिर आप सबके बीच स्वयं प्रकाशमान ज्योत को मेरा प्रणाम। थैंक यू डॉक्टर साहब, थैंक यू वेरी मच, थैंक यू।